ਇਹ ਇਹਨਾਂ ਦਾ ਜਿਹੜਾ ਦੌਰ ਗੁਜ਼ਰਿਆ ਜੀ, ਇਹਨਾਂ ਦਾ ਅਕਬਰ ਔਰ ਜਹਾਂਗੀਰ ਦਾ ਜ਼ਮਾਨਾ ਗੁਜ਼ਰਿਆ ਤਕਰੀਬਨ 450 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ। ਦੇਖੋ ਇਹ ਜਿਹੜੀ ਕੁਛ ਬਿਲਡਿੰਗ ਜਿਹੜੀ ਹੈਗੀ ਪੁਰਾਣੀ ਬਣੀ ਹੋਈ ਹੈ, ਤਕਰੀਬਨ 200-250 ਸਾਲ ਪੁਰਾਣੀ। ਇਹ ਮਸਜਿਦ ਜਿਹੜੀ ਹੈਗੀ ਹੈ ਇਹ ਹਜ਼ਰਤ ਦੇ ਜ਼ਮਾਨੇ ਦੀ ਹੈ, ਆਪ ਦੇ ਦੌਰ ਦੀ ਗੁਜ਼ਰੀ ਹੈਗੀ ਹੈ। हज़रत के खानदान के हज़रत की औलाद चो उन्होंने मज़ारात है। उस तो इलावा कुछ अफगानिस्तान के बादशाह गुजरे ने, शाह जमान खान उन्होंने ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅਸੀਂ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਇਸ ਵੇਲੇ ਅਸੀਂ ਰੋਜ਼ਾ ਸ਼ਰੀਫ ਪਹੁੰਚੇ ਹਾਂ। ਇੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਕਿੱਡਾ ਵੱਡਾ ਇਤਿਹਾਸ ਹੈ ਇਸ ਚੀਜ਼ ਦਾ, ਇਸ ਜਗ੍ਹਾ ਦਾ। ਖਾਸ ਤੌਰ ਦੇ ਉੱਤੇ ਮੁਸਲਿਮ ਧਰਮ ਦੇ ਵਿੱਚ ਰੋਜ਼ਾ ਸ਼ਰੀਫ ਦੀ ਜਿਹੜੀ ਦਰਗਾਹ ਬਣੀ ਹੋਈ ਹੈ ਉਹਦੀ ਇੰਪੋਰਟੈਂਸ ਹੈ ਜਿਹੜੀ ਉਹ ਕਿੱਡੀ ਵੱਡੀ ਹੈ। ਸੋ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਬਣਿਆ ਹੋਇਆ ਇਤਿਹਾਸ ਕੀ ਹੈ। ਗੱਲਬਾਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਨਾਲ ਸੈਯਦ ਸਾਦਿਕ ਰਜ਼ਾ ਮੌਜੂਦ ਨੇ ਜੋ ਇਸ ਜਗ੍ਹਾ ਦੀ ਸਾਰੀ ਦੇਖ ਰੇਖ ਹੈ ਜਿਹੜੀ ਕਰਦੇ ਨੇ। ਸਾਦਿਕ ਜੀ ਸਵਾਗਤ ਹੈ ਪਹਿਲਾਂ ਤਾਂ ਬਾਬੂਸ਼ਾਹੀ ਤੇ। ਸ਼ੁਕਰ ਜਨਾਬ। ਸਾਦਿਕ ਸਾਹਿਬ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਜੀ। ਤੁਸੀਂ ਕਦੋਂ ਤੋਂ ਇੱਥੇ ਰਹਿ ਰਹੇ ਹੋ ਤੇ ਤੁਸੀਂ ਕਿਵੇਂ ਦੇਖ ਰੇਖ ਕਰ ਰਹੇ ਹੋ, ਫਿਰ ਆਪਾਂ ਇਹਦੇ ਇਤਿਹਾਸ ਬਾਰੇ ਗੱਲ ਕਰਾਂਗੇ। ਸਰ ਸਾਡਾ ਜੀ ਇੱਥੇ ਬਜ਼ੁਰਗਾਂ ਨੂੰ ਇੱਥੇ ਦੀ ਸੇਵਾ ਕਰਦੇ ਹੋਏ ਤਕਰੀਬਨ 250 ਸਾਲ ਦੇ ਕਰੀਬ ਹੋ ਗਏ ਨੇ। ਸਾਡੇ ਫੋਰਫਾਦਰ ਸਾਹਿਬ ਇੱਥੇ ਦੇ ਤੇ ਅਸੀਂ ਇਹਨਾਂ ਦੀ ਹਜ਼ਰਤ ਦੇ ਔਲਾਦ ਖਾਨਦਾਨ ਨਾਲ ਵੀ ਸਾਡਾ ਤਾਲੁਕ ਹੈ। ਅਸੀਂ ਇਹਨਾਂ ਦੀ ਔਲਾਦ 'ਚ ਵੀ ਹਾਂਜੀ। ਤੇ ਹਜ਼ਰਤ ਇਮਾਮ ਰੱਬਾਨੀ ਮੁਜੱਦਦ ਅਲ-ਫਸਾਨੀ ਰਹਿਮਤੁल्लाह अलैह ਬਜ਼ੁਰਗ ਗੁਜ਼ਰੇ ਨੇ। ਅੱਲਾਹ ਤਾਲਾ ਇਹਨਾਂ ਨੂੰ ਬਹੁਤ ਬੜਾ ਮੁਕਾਮ ਅਤਾ ਫਰਮਾਇਆ। ਸਾਡੇ ਪ੍ਰੋਫੈਟ ਮੁਹੰਮਦ ਸੱਲੱਲਾਹੁ अलैहि वसल्लम ਤੋਂ 1000 ਸਾਲ ਤੋਂ ਬਾਅਦ ਇੱਥੇ ਪੈਦਾ ਹੋਏ ਤੇ ਇਹਨਾਂ ਦੇ ਬਾਰੇ ਬੜੇ ਬਜ਼ੁਰਗਾਂ ਨੇ ਦੀਨ ਨੇ ਆਪਣੇ ਦੌਰ ਦੇ ਇਹਨਾਂ ਦੇ ਬਾਰੇ ਪੇਸ਼ਗੋਈ ਫਰਮਾਈਆਂ ਥੀਆਂ। ਤੇ ਹਜ਼ਰਤ ਮੁਜੱਦਦ ਕਿਹਾ ਜਾਂਦਾ ਤਜਦੀਦ ਕਰਨੇ ਵਾਲਾ, ਰਿਵਾਈਵਲ, ਅਲਿਫ 1000 ਔਰ ਸਾਨੀ ਸੈਕਿੰਡ। ਤਾਂ ਆਪ ਪ੍ਰੋਫੈਟ ਮੁਹੰਮਦ ਸੱਲੱਲਾਹੁ अलैहि वसल्लम ਦੇ 1000 ਸਾਲ ਤੋਂ ਬਾਅਦ ਜਦ ਦੂਸਰਾ ਹਜ਼ਾਰਾ ਸ਼ੁਰੂ ਹੋ ਰਿਹਾ ਉਸ ਟਾਈਮ ਆਪ ਦਾ ਵਿਲਾਦਤ ਹੋਈ। ਤੇ ਇਸ ਲਈ ਆਪ ਦੇ ਬਾਰੇ 'ਚ ਬਹੁਤ ਬੜੇ ਬਜ਼ੁਰਗਾਨ ਦੀਨ ਅੱਲਾਹ ਦੇ ਵਲੀ ਜੋ ਆਪ ਦੇ ਪਹਿਲੇ ਗੁਜ਼ਰੇ ਉਹਨਾਂ ਨੇ ਇਹਨਾਂ ਦੇ ਬਾਰੇ 'ਚ ਪੇਸ਼ਗੋਈਆਂ ਫਰਮਾਈਆਂ। ਹਜ਼ਰਤ ਸ਼ਾਹ ਅਬਦੁਲ ਕਾਦਰ ਜਿਲਾਨੀ ਰਹਿਮਤੁल्लाह अलैह ਜਿਨ੍ਹਾਂ ਨੂੰ ਅਸੀਂ 11ਵੇਂ ਵਾਲੇ ਪੀਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੇ ਉਹਨਾਂ ਨੇ ਇਹਨਾਂ ਦੀ ਪੈਦਾਇਸ਼ ਤੋਂ ਤਕਰੀਬਨ 500 ਸਾਲ ਪਹਿਲੇ ਹੋਏ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨੂਰ ਦੇਖਿਆ ਤੇ ਉਹਨਾਂ ਨੇ ਦੇਖਿਆ ਕਿ ਉਸ ਨੂਰ ਦੇ ਨਾਲ ਪੂਰਾ ਆਲਮ ਜਿਹੜਾ ਮੁਨੱਵਰ ਹੋ ਗਿਆ। ਤੇ ਆਪ ਨੇ ਆਪਣਾ ਪਹਿਰਾ ਮੁਬਾਰਕ ਆਪਣੇ ਸਿਲਸਿਲੇ ਵਿੱਚ ਵਸੀਅਤ ਫਰਮਾਇਆ ਕਿ ਜਦੋਂ ਉਹ ਸ਼ਖਸ ਪੈਦਾ ਹੋਵੇ ਤੇ ਮੇਰੇ ਕੰਨੀ ਤੋਂ ਉਹਨੂੰ ਅਤਾ ਕੀਤਾ ਜਾਵੇ। ਤੇ ਉਹਨਾਂ ਦੇ ਖਾਨਦਾਨ ਵਿੱਚ ਚੱਲਦਾ ਹੋਇਆ ਹਜ਼ਰਤ ਸ਼ਾਹ ਕਮਾਲ ਕੈਥੀ ਰਹਿਮਤੁल्लाह अलैह कैथल के अंदर ਉਹਨਾਂ ਦਾ ਮਜ਼ਾਰ ਹੈ ਤੇ ਉਹਨਾਂ ਦੇ ਪੋਤੇ ਸੀ ਪੋਤੇ ਹਜ਼ਰਤ ਸ਼ੇਖ ਸਿਕੰਦਰ ਕੈਥੀ ਰਹਿਮਤੁल्लाह अलैह। ਉਹਨਾਂ ਨੂੰ ਵੀ ਖੁਆਬ ਦੇ ਵਿੱਚ ਆਪਣੇ ਬਜ਼ੁਰਗਾਂ ਦੀ ਜ਼ਿਆਰਤ ਹੋਈ ਅਤੇ ਫਰਮਾਇਆ ਕਿ ਮੇਰੀ ਅਮਾਨਤ ਜਿਹੜੀ ਹੈ ਆਪ ਤੱਕ ਪਹੁੰਚਾਈ ਜਾਏ। 3 ਦਿਨ ਤੱਕ ਉਹਨਾਂ ਨੂੰ ਇਹ ਖੁਆਬ ਆਇਆ और तीसरे दिन फिर उन्होंने तंबी की गई कि अगर तुम मेरी अमानत ना पहुँचाई तो थोड़े तमाम मामला जो सलब पर लिते जाएंगे। फिर वो इन्होंने खिदमत भी लेके जो उन्होंने अमानत जी थी आपको लेके आए तो आपने जो खरका पहनया था अल्लाह ताला आप फरमाते कि अल्लाह ताला मैंने तमाम कमालात कादरिया के नाल मैंने नवाज दिता। तो ये शहर भी जड़ा सरहंद जड़ा है ये किसी ज़माने के अंदर जंगल सी, कोई इतने आबादी नहीं सी। फिरोज शाह तुगलक के ज़माने के अंदर लाहौर तो दिल्ली काफिला आ रहा सी ਤੇ ਇੱਥੇ ਰਾਤ ਨੂੰ ਠਹਿਰਾਅ ਹੋਇਆ ਤੇ ਉਹਦੇ ਅੰਦਰ ਇੱਕ ਸਾਹਿਬ ਕਸ਼ਫ ਬਜ਼ੁਰਗ ਸੀ। ਉਹਨਾਂ ਨੇ ਦੇਖਿਆ ਕਿ ਇੱਥੇ ਅਨਵਾਰਾਤ ਇਲਾਹੀ ਦੀ ਇੱਥੇ ਬਾਰਿਸ਼ ਹੋ ਰਹੀ ਹੈ। ਫਿਰ ਉਹਨਾਂ ਨੇ ਜ਼ਿਕਰ ਬਾਦਸ਼ਾਹ ਨਾਲ ਕੀਤਾ ਕਿ ਮੈਨੇ ਇੱਥੇ ਐਸੇ ਹਾਲਾਤ ਦੇਖੇ ਹੈ, ਇਹ ਜੰਗਲ ਹੈ, ਕੋਈ ਆਬਾਦੀ ਨਹੀਂ ਹੈ, ਇੱਥੇ ਸ਼ਹਿਰ ਤਾਮੀਰ ਕੀਤਾ ਜਾਵੇ। ਬਾਦਸ਼ਾਹ ਨੇ ਹੁਕਮ ਦਿੱਤੇ, ਸ਼ਹਿਰ ਦੀ ਤਾਮੀਰ ਸ਼ੁਰੂ ਹੋ ਗਈ ਔਰ ਜਿੰਨੀ ਤਾਮੀਰ ਦਿਨ 'ਚ ਕਰਦੇ ਰਾਤ ਨੂੰ ਗਿਰ ਜਾਂਦੀ, ਕਿਸੇ ਨੂੰ ਪਤਾ ਨਾ ਲੱਗਿਆ ਕਿਆ ਮਾਜਰਾ ਹੈ। ਫਿਰ ਇਹਨਾਂ ਦੇ ਜੱਦੇ ਅਮਜਦ ਜਿਹੜਾ ਸੀ ਹਜ਼ਰਤ ਇਮਾਮ ਰਫੀਉद्दीन रहमतुल्लाह अलैह ਉਹਨਾਂ ਨੂੰ ਇੱਥੇ ਭੇਜਿਆ ਗਿਆ ਕਿ ਤੁਸੀਂ ਜਾਓ ਦੇਖੋ ਕਿਆ ਮਾਜਰਾ ਕਿਆ ਹੈ। ਜਦ ਆਪ ਇੱਥੇ ਤਸ਼ਰੀਫ ਲੈ ਤੇ ਆਪ ਦੇਖਾ ਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਕੰਮ ਕਰ ਰਹੇ ਉੱਥੇ। ਉਹਨਾਂ 'ਚ ਇੱਕ ਬਜ਼ੁਰਗ ਸੀ ਉਹ ਤਵੱਜੋ ਕਰਦੇ ਸੀ ਜਿੰਨਾ ਦਿਨ 'ਚ ਕੰਮ ਹੁੰਦਾ ਸੀ ਰਾਤ ਨੂੰ ਗਿਣ ਜਾਂਦਾ ਸੀ। ਜਦ ਆਪਣੀ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਸਿਰਫ ਤੁਹਾਡਾ ਇਹਦਾ ਗਿਣਨਾ ਬਣਨਾ ਜਿਹੜਾ ਸੀ ਤੁਹਾਨੂੰ ਬੁਲਾਉਣਾ ਹੀ ਮਕਸਦ ਸੀ ਕਿਉਂਕਿ ਜਿਸ ਸ਼ਖਸ ਵਾਸਤੇ ਸ਼ਹਿਰ ਤਾਮੀਰ ਹੋ ਰਿਹਾ ਹੈ ਉਹ ਤੁਹਾਡੀ ਔਲਾਦ 'ਚੋਂ ਪੈਦਾ ਹੋਏਗਾ। फिर आप हज़रत इमाम रफ़ीउद्दीन रहमतुल्लाह अलैह आप अफ़गानिस्तान छड़ के इतने ही तशरीफ़ ले आए और फिर शहर आबाद होया। आप दी 6वीं पीढ़ी के अंदर 6ठी पुश्त के अंदर हज़रत मुजद्दिद अल-फ़सानी रहमतुल्लाह अलैह दी इन्हां दी पैदाइश हुई। और दौर जड़ा सी अकबर दा ज़माना सी
ਤੇ ਅਕਬਰ ਨੇ ਇੱਕ ਨਵਾਂ ਦੀਨ ਰਾਜ ਕੀਤਾ ਸੀ, ਦੀਨ ਇਲਾਹੀ। ਕਿੰਨੇ ਸਾਲ ਪੁਰਾਣੀ ਗੱਲ ਹੈ ਜੀ? ਹੁਣ ਤੋਂ ਤਕਰੀਬਨ 500 ਸਾਲ ਪੁਰਾਣੀ ਗੱਲ ਹੈ ਜੀ ਇਹ। ਇਹ ਇਹਨਾਂ ਦਾ ਜਿਹੜਾ ਦੌਰ ਗੁਜ਼ਰਿਆ ਜੀ, ਇਹਨਾਂ ਦਾ ਅਕਬਰ ਔਰ ਜਹਾਂਗੀਰ ਦਾ ਜ਼ਮਾਨਾ ਗੁਜ਼ਰਿਆ, ਤਕਰੀਬਨ 450 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਜੀ, ਕਿਉਂਕਿ ਇਹਨਾਂ 410 ਸਾਲ ਤੱਕ ਦੀ ਡੈਥ ਨੂੰ ਹੋ ਗਿਆ ਜੀ, ਵਫਾਤ ਨੂੰ ਹੋ ਗਿਆ ਇਹਨਾਂ ਦੇ। ਹਾਂਜੀ, ਫਿਰ ਜਦੋਂ ਅਕਬਰ ਦਾ ਜ਼ਮਾਨਾ ਆਇਆ ਤਾਂ ਅਕਬਰ ਨੇ ਇੱਕ ਨਵਾਂ ਦੀਨ ਰਾਜ ਕੀਤਾ ਸੀ, ਦੀਨ ਇਲਾਹੀ, ਜਿਹੜਾ ਕਿ ਇਸਲਾਮ ਦੇ ਬਿਲਕੁਲ ਖਿਲਾਫ था। उसके अंदर ऐसी रसूमात थी जिसे इस्लाम इजाज़त नहीं दिता, और जो गैर शरई काम थे वो सारे उसने लागू करते, और जड़े और बहुत सारी चीज़ों पर पाबंदी लाती। तो उस नाल आके इन्हों ने फिर उस जहांगीर अपने अकबर के जो इलाही के खिलाफ इन्होंने आवाज़ बुलंद की। फिर ऐसे हालात होए, कुछ अर्से के बाद अकबर की मौत हो गई। अकबर की मौत तो बाद फिर जहांगीर बादशाह बनया। जहांगीर ने भी उसी दीन इलाही को कायम रखना चाहा। इन्होंने हसन अपने दरबार में बुलाया और कहा कि तुम दीन इलाही को कबूल करो, लेकिन इन्होंने इनकार करता। इन्होंने कहा कि सिर्फ ये सीट जड़ा है रब के अगे झुक सकता, किसी इंसान के अगे नहीं झुक सकता। तो जहांगीर ने एक छोटा दरवाज़ा बनवाया कि तुम इधर जो गुजर के आ जाओ, तो मैं समझाँगा तुमने मेरी ताज़ीम कर ली। लेकिन जब आप अंदर दाखिल होने लगे तो आपने पहले अपना खब्बा पैर अंदर रखा और गर्दन पीछे करके आप अंदर दाखिल होए। तो जहांगीर ने था फिर उत्थे उन्होंने फिर ग्वालियर के किले कैद करवा दिता। ये काफ़ी असर कैदो पंच भी रहे। फिर ऐसे हालात पैदा होए कि जहांगीर अपने उदा एक सिपा सलार था महावर खान, अब्दुल रहमान खान जोड़े थे, वो इन्हों के मुरीद हो गए थे। उन्होंने फिर जहांगीर और नूरजहां दोनों को गिरफ्तार कर लिया। लेकिन जिस टाइम इन्होंने इस बारे इलम होया तो इन्होंने उन्होंने मना किया कि तुसीं जिहड़ा कदम चुक्या मेरे वास्ते गलत है, मैनू बादशाह की लोड़ नहीं है, मैं तो सिर्फ हक के रस्ते पर खड़ा है। ये सारी हकीकत फिर जब उन्होंने जिस बादशाह ने दसी तो उन्होंने अपनी गलती का एहसास होया जहांगीर को। उसने फिर दीन इलाही ख़त्म किया। फिर एक बहुत बड़ा फितना उस जमाने के अंदर जो दीन इलाही का खड़ा हुआ था आप की ज़ात के ख़त्म होया। हज़रत मुजद्दिद अल-फ़सानी रहमतुल्लाह अलैह आपने सभी सिलसिले तो खिलाफत थी, सिलसिला कादरिया, चिश्तिया, सोहरवर्दिया। तो लेकिन जिस हज़रत इमाम रब्बानी रहमतुल्लाह अलैह आप जिस सिलसिला नक्शबंदिया के अंदर दाखिल हुए तो आपने इस सिलसिले को सबसे ज़्यादा पसंद फरमाया और इसी सिलसिले को फिर आपने आगे बढ़ाया। आप फरमाते इस सिलसिले के अंदर सुन्नत की मुकम्मल इत्तबा है। आपकी सारी ज़िंदगी जड़ी थी सुन्नत के मुताबिक गुजरी, सुन्नत तो हट के आपने कोई अमल नहीं किया। आप फरमाते अल्लाह ताला ने जो कुछ मैंने अता फरमाया सुन्नत की पैरवी की बदौलत ही अता फरमाया, और अगर कहीं मैंने कुछ हिस्सा नहीं मिला तो मेरे तो सुन्नत की अदायगी अंदर कमी रह गई होनी है। तो आपकी उम्र भी 63 साल की हुई। हाँ जी, और आपने अपनी ज़िंदगी अंदर फरमा दिता था कि मैं अपनी उम्र जड़ी हैगी 63 साल तो ज़्यादा नहीं देखता। हाँ जी, और जिस साल आपका विसाल होना था उस दिन शबरात का दिन था, आप इबादत के अंदर मशगूल थे। आपकी जी अहलिया बीवी ने उन्होंने कहा कि अज पता नहीं इस दुनिया तो किसकी तरह पत्ता कट जाना है। तो आपने फरमाया कि तू तो एक अंदाजे नाल गल कर रहे हैं, अज उस शख्स की हालत क्या होएगी जिसने अपना पत्ता खुद कटता हुआ देख लिता हो। मतलब उन्होंने पहले ही पता लग गया सी। इल्म हो गया सी। फिर उसी साल फिर आपकी उम्र 63 साल की उम्र के अंदर ही आपने इस दुनिया तो रुखसत फरमाया। तो हज़रत का सिलसिला जो पूरी दुनिया के अंदर हज़रत सिलसिला फैलिया है दूर दूर तो। हज़रत उर्स मुबारक के अंदर जब हज़रत एनुअल इतने एनुअल फंक्शन होता है बाहर तो दूर तो लोग इतने आते हैं, पूरे हिंदुस्तान के हर खिते तो इतने लोग पहुँचते हैं। इस अलावा पाकिस्तान, बांग्लादेश और दूसरे ममालिक तो पीछे आते हैं, अफगानिस्तान वगैरह तो लोग इतने आते हैं। ਤੇ ਇਹ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਜਿਹੜੀ ਦਰਗਾਹ ਕਦੋਂ ਬਣੀ ਤੇ ਉਸ ਤੋਂ ਬਾਅਦ ਫਿਰ ਇਹਨੂੰ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਬਹੁਤ ਵੱਡੇ ਏਰੀਏ ਦੇ ਵਿੱਚ ਬਣਿਆ ਹੋਇਆ, ਕਾਫੀ ਸਾਰੀਆਂ ਬਿਲਡਿੰਗਸ ਨੇ, ਹਿਸਟੋਰੀਕਲ ਨੇ, ਫਿਰ ਉਹ ਕਦੋਂ ਸਾਰਾ ਕੰਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਮੇਨ ਯੋਗਦਾਨ ਕਿਹਨਾਂ ਦਾ ਸੀਗਾ ਇਸ ਦਰਗਾਹ ਨੂੰ ਬਣਾਉਣ ਦੇ ਲਈ ਤੇ ਅੱਗੇ ਜਿਹੜੀ ਇਹਦੀ ਉਸਾਰੀ ਦੇ ਵਿੱਚ? देखो ये जी कुछ बिल्डिंग जी है पुरानी बनी हुई है, तकरीबन 200-250 साल पुरानी है। हज़रत मिजाज शरीफ का पहला हिस्सा जो था वो छोटा था, पहले इन्नी बड़ी बिल्डिंग नहीं थी। ये जो उपरला हिस्सा जो है तामीर जी हुई है ये 1925 के अंदर हुई सी। ये मस्जिद जी हैगी है ये हज़रत ज़माने की है, आप के तौर पर गुजरी हैगी है। कुछ बिल्डिंगा उस हज़रत ज़माने दी हैं, कुछ तामीरात जी बाद च हुई। ये तामीर जी उपर गुंबद की तामीर हुई सी 1925 के अंदर हुई सी। तो अपने दुराजी दे थे हाजी हसन दादा उन्होंने तामीर करवाई सी। हज़रत इस सिलसिले के बहुत बड़े मुतक़िद थे उत्थे दे। ਜਿਵੇਂ ਤੁਸੀਂ ਦੱਸਿਆ ਵੀ ਦੂਰੋਂ ਆਉਂਦੇ ਨੇ, ਬਾਹਰਲੀ ਕੰਟਰੀਜ਼ ਤੋਂ ਵੀ ਜਦੋਂ ਲੋਕ ਆਉਂਦੇ ਨੇ ਤਾਂ ਸਭ ਤੋਂ ਵੱਧ ਜਿਹੜਾ ਇਕੱਠ ਹੁੰਦਾ ਹੈ ਉਹ ਕਦੋਂ ਹੁੰਦਾ? ਡੈਥ ਐਨਵਰਸਰੀ ਤੇ ਹੁੰਦਾ ਨਾ, ਕਦੋਂ ਕਿਹੜਾ ਦਿਨ ਹੁੰਦਾ ਜੀ? ਜਿਹੜਾ ਸਾਡਾ ਜੀ ਸਫਰ ਦੇ ਮਹੀਨੇ ਦੇ ਅੰਦਰ ਹੁੰਦਾ ਹੈ, ਸਫਰ ਦੀ 27 ਔਰ 28 ਤਾਰੀਖ ਜਿਹੜੀ ਹੈ ਫਿਕਸ ਹੈ। ਲੇਕਿਨ ਇਹ ਹਰ ਸਾਲ ਜਿਹੜਾ ਕਿਹੜੇ ਮਹੀਨੇ ਦੀ? ਸਫਰ ਦਾ ਮਹੀਨਾ ਕਹਿਲਾਂਦਾ।
ਮੁਹਰ ਸਾਡੇ ਆਪਣੇ ਚੰਦ ਦੇ ਹਿਸਾਬ ਨਾਲ ਜਿਹੜਾ ਮਹੀਨਾ ਹੁੰਦੇ ਆ ਉਹਦੇ ਮੁਹਰਮ ਜਿਹੜਾ ਮੁਹਰਮ ਦਾ ਮਹੀਨਾ ਆਉਂਦਾ ਉਸ ਤੋਂ ਜਿਹੜਾ ਨੈਕਸਟ ਮੰਥ ਹੈ ਉਹ ਸਫਰ ਦਾ ਕਹਿਲਾਂਦਾ ਹੈ। ਉਸ ਦੀ 27 ਔਰ 28 ਤਾਰੀਖ ਜਿਹੜੀ ਹੈ ਫਿਕਸ ਤਾਰੀਖ ਹੈ। ਉਸ ਤੋਂ ਇਲਾਵਾ ਜਿਹੜਾ ਹਰ ਸਾਲ ਜਿਹੜਾ ਹੈਗਾ ਤਕਰੀਬਨ ਆਪਣੇ ਅੰਗਰੇਜ਼ੀ ਤਾਰੀਖ ਦੇ ਹਿਸਾਬ ਨਾਲ ਦੇਖਿਆ ਜਾਦਾ 8-10 ਦਿਨ ਜਿਹੜਾ ਹੈਗਾ ਉਹਦੇ ਕੰਮ ਹੋ ਜਾਂਦੇ ਆ, ਘਟਦੇ ਆ ਹਰ ਸਾਲ। ਤੇ ਇਹ ਜੀ ਇਹ ਵੀ ਦੱਸੋ ਵੀ ਕਿੰਨੇ ਏਰੀਏ ਦੇ ਵਿੱਚ ਇਹ ਬਣਿਆ ਹੋਇਆ ਪੂਰਾ ਜਿਹੜਾ ਇਹ ਜਗ੍ਹਾ ਹੈਗੀ ਹੈ, ਤੇ ਜੀਓਗ੍ਰਾਫਿਕ ਲੋਕੇਸ਼ਨ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਤੋਂ ਕਿੰਨੀ ਦੂਰ ਪੈਂਦਾ ਹੈ, ਕਿਹੜੀ ਰੋਡ ਤੇ ਪੈਂਦਾ ਹੈ? ਇਹ ਫਤਿਹਗੜ੍ਹ ਸਾਹਿਬ ਔਰ ਆਪਣੇ ਬੱਸੀ ਰੋਡ ਜਿਹੜਾ ਹੈ ਕਹਿਲਾਂਦਾ ਹੈਗਾ, ਹਾਂਜੀ ਸਰਹੰਦ ਬੱਸੀ ਰੋਡ ਜਿਹੜਾ ਹੈਗਾ ਉਸ ਦੇ ਉੱਪਰ ਹੀ ਬਣਿਆ ਹੋਇਆ ਔਰ ਤਕਰੀਬਨ ਇਹ ਅੰਦਰ ਜਿਹੜਾ ਹੈਗਾ 10-12 ਏਕੜ ਜ਼ਮੀਨ ਜਿਹੜੀ ਹੈਗੀ ਅੰਦਰ ਇਹਦੀ ਬਾਉਂਡਰੀ ਦੇ ਅੰਦਰ ਬਣਿਆ ਹੋਇਆ ਹੈ। ਤੇ ਕਿੰਨੇ ਲੋਕਾਂ ਦੀ ਰਿਹਾਇਸ਼ ਹੈ ਜੀ, ਕੌਣ ਕੌਣ ਇੱਥੇ ਰਹਿੰਦੇ ਨੇ, ਕਿੰਨੀਆਂ ਫੈਮਿਲੀਜ਼ ਰਹਿ ਰਹੀਆਂ? ਸਾਡੇ ਆਪਣੇ ਇੱਥੇ ਫੈਮਿਲੀ ਦੀ ਹੈਗੀ ਇੱਥੇ ਦਾ ਆਪਣੇ ਉਹੀ ਇੱਥੇ ਰਹਿੰਦੇ ਹੈਗੇ ਆ। ਬਾਕੀ ਸਾਡੇ ਕੋਈ ਰਿਸ਼ਤੇਦਾਰ ਆਪਣੇ ਆਪ ਦੇ ਰੁਜ਼ਗਾਰ ਜਿਹੜੇ ਹੈਗੇ ਆ ਉਹ ਇੱਥੇ ਰਹਿ ਰਹੇ ਆ। ਇਸ ਇਲਾਵਾ ਬਸ ਇਹੀ ਹੈ ਜੀ। ਤੇ ਜਿਹੜੀ ਦੇਖ ਰੇਖ ਹੁੰਦੀ ਕਿਉਂਕਿ ਏਰੀਆ ਬਹੁਤ ਜ਼ਿਆਦਾ ਹੈ, ਤੇ ਉਹ ਕਿੰਨੇ ਕੁ ਲੋਕ ਜਿਹੜੇ ਨੇ ਦੇਖ ਰੇਖ ਕਰਦੇ ਨੇ? ਮੇਨ ਫੈਮਿਲੀ ਸਾਡੀ ਹੈ ਜੀ, ਸਾਡੇ ਆਪਣੇ ਖਾਨਦਾਨ ਦੇ ਹੈ ਇੱਥੇ ਅਫਰਾਦ ਹੈਗੇ ਆ, ਇਹ ਇੱਥੇ ਤਾਂ ਦੇਖ ਪਾਓਗੇ। ਬਾਕੀ ਸਾਡੇ ਕੋਲ ਮੁਲਾਜ਼ਮ ਵਗੈਰਾ ਰੱਖੇ ਹੋਏ ਆ, ਉਹ ਸਾਰਾ ਇੱਥੇ ਦਾ ਇੰਤਜ਼ਾਮ ਚੱਲਦਾ ਹੈ। ਤੇ ਸੇਵਾ ਭਾਵਨਾ ਦੇ ਤੌਰ ਤੇ ਜਿਹੜੇ ਆਉਂਦੇ ਨੇ ਮੇਨ ਜਿਹੜਾ ਚਲਾਉਣ ਦੇ ਵਿੱਚ, ਕਿਉਂਕਿ ਸੇਵਾ ਦਾ ਵੱਡਾ ਇੱਕ ਹੁੰਦਾ ਹੈ ਰੋਲ ਰਹਿੰਦਾ, ਜਿਹੜੀ ਸੇਵਾ ਹੁੰਦੀ ਹੈ, ਤੇ ਉਹਦੇ ਨਾਲ ਜ਼ਿਆਦਾ ਜਿਹੜਾ ਤੁਸੀਂ ਸਾਰਾ ਕੰਮ ਕਰਦੇ ਹੋ ਜਾਂ ਹੋਰ ਵੀ ਕੋਈ ਸੋਰਸ ਹੈ ਜੀ? ਸੋਰਸ ਆਫ ਇਨਕਮ ਥੋੜੀ ਬਹੁਤ ਜ਼ਮੀਨ ਹੈ ਜੀ, ਕੁਝ ਥੋੜਾ ਬਹੁਤ ਗਵਰਨਮੈਂਟ ਗ੍ਰਾਂਟ ਦਿੰਦੀ ਹੈਗੀ ਕਿ ਮਿਲਦੀ ਹੈਗੀ ਤਕਰੀਬਨ ਬਹੁਤ ਘੱਟ, ਲੇਕਿਨ ਬਹੁਤ ਘੱਟ ਹੈ। ਉਸ ਹਿਸਾਬ ਨਾਲ ਦੇਖਿਆ ਜਾਏ ਤਾਂ ਕੁਝ ਵੀ ਗ੍ਰਾਂਟ ਨਹੀਂ ਮਿਲਦੀ ਸਾਨੂੰ ਸਾਲਾਨਾ ਜਿਹੜੀ ਮਿਲਦੀ ਹੈ। ਪਹਿਲਾਂ ਤਾਂ 15,000 ਹੀ ਮਿਲਦੀ ਸੀ, ਲੇਕਿਨ ਹੁਣ ਪਿਛਲੇ ਤਕਰੀਬਨ 7-8 ਸਾਲ ਤੋਂ ਤਕਰੀਬਨ ਸਾਨੂੰ 5 ਲੱਖ ਰੁਪਏ ਨੂੰ ਗ੍ਰਾਂਟ ਸਾਲਾਨਾ ਗਵਰਨਮੈਂਟ ਦਿੰਦੀ ਹੈ, ਲੇਕਿਨ ਉਹ ਵੀ ਦੇਖਿਆ ਜਾਏ ਤਾਂ ਕੁਝ ਵੀ ਨਹੀਂ ਹੈ। ਇੰਨੀ ਬੜੀ ਜਗ੍ਹਾ ਨੂੰ ਮੇਨਟੇਨ ਕਰਨ ਵਾਸਤੇ ਬਹੁਤ ਘੱਟ ਹੈ। ਤੇ ਇਹਦੇ ਵਿੱਚ ਜਿਵੇਂ ਕਾਫੀ ਟੌਮਸ ਜਿਹੜੇ ਬਣੇ ਹੋਏ ਨੇ, ਉਹ ਕੀ ਇੰਡੀਕੇਟ ਕਰਦੇ ਨੇ, ਕਿੰਨਾ ਦੇ? ਦੇਖੋ ਹਜ਼ਰਤ ਦੇ ਖਾਨਦਾਨ ਦੇ, ਹਜ਼ਰਤ ਦੀ ਔਲਾਦ ਚੋਂ ਉਹਨਾਂ ਦੀ ਮਜ਼ਾਰਾਤ ਹੈ। ਉਸ ਤੋਂ ਇਲਾਵਾ ਕੁਝ ਅਫਗਾਨਿਸਤਾਨ ਦੇ ਬਾਦਸ਼ਾਹ ਗੁਜ਼ਰੇ ਨੇ, ਸ਼ਾਹ ਜ਼ਮਾਨ ਖਾਨ, ਉਹਨਾਂ ਦਾ ਇੱਥੇ ਮਜ਼ਾਰ ਹੈਗਾ। ਉਹਨਾਂ ਦੀ ਬੀਵੀ ਅਹਲੀਆ, ਉਹਨਾਂ ਦੇ ਖਾਨਦਾਨ ਦੇ ਅੰਦਰ ਹੋਰ ਕਾਫੀ ਅਫਰਾਦ ਜਿਹੜੇ ਇੱਥੇ ਆ ਕੇ ਦਫਨ ਹੋਏ। ਸ਼ਾਹ ਜ਼ਮਾਨ ਖਾਨ ਬਾਦਸ਼ਾਹ ਉਹ ਜਿਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਕੋਲ ਕੋਹੇ ਨੂਰ ਹੀਰਾ ਪਹੁੰਚਿਆ ਸੀ। ਅੱਛਾ ਜੀ। ਹਾਂਜੀ, ਉਹ ਵੀ ਇੱਥੇ ਦਫਨ ਹੈ। ਤੇ ਹੁਣ ਜਦੋਂ ਸਲਾਮ ਕਰਦੇ ਨੇ ਦਰਗਾਹ ਦੇ ਅੱਗੇ ਜਿਹੜੇ ਉਹ ਕੀ ਪ੍ਰੋਸੈਸ ਹੁੰਦਾ, ਹਰ ਰੋਜ਼ ਹੁੰਦਾ, ਕਿੰਨੇ ਵਜੇ ਹੁੰਦਾ? ਦੇਖੋ ਬਾਕੀ ਤਾਂ ਸਾਡਾ ਜੀ ਨਮਾਜ਼ ਦਾ ਟਾਈਮ ਹੈ, ਉਹ 5 ਟਾਈਮ ਸਵੇਰੇ ਹੁੰਦੀ ਹੈ ਨਮਾਜ਼, ਦਿਨ ਬਾਅਦ 5 ਟਾਈਮ ਪੜ੍ਹੀ ਜਾਂਦੀ ਹੈਗੀ ਨਮਾਜ਼। ਉਸ ਤੋਂ ਇਲਾਵਾ ਲੋਕ ਸਲਾਮ ਕਰਨੇ ਆਉਂਦੇ ਆ, ਲੋਕ ਆਉਂਦੇ ਰਹਿੰਦੇ ਆ, ਆਪਣੀ ਰਿਆਜ਼ ਕਰੀ, ਆਪਣੀ ਹਾਜ਼ਰੀ ਦਿੱਤੀ ਅੰਦਰ ਮਿਜ਼ਾਜ ਮਾ, ਉੱਥੇ ਨਮਾਜ਼ ਪੜ੍ਹੀ, ਕੁਰਾਨ ਸ਼ਰੀਫ ਬੈਠ ਕੇ ਪੜ੍ਹਦੇ ਆ, ਅੱਲਾਹ ਅੱਗੇ ਦੁਆ ਕਰਦੇ ਆ ਕਿ ਇਹਨਾਂ ਦੇ ਬਜ਼ੁਰਗਾਂ ਦੇ ਵਸੀਲੇ ਦੇ ਨਾਲ ਅੱਲਾਹ ਦੇ ਕੋਲ ਦੁਆ ਮੰਗਦੇ ਆ ਕਿ ਅੱਲਾਹ ਤੇਰੇ ਨੇਕ ਬੰਦੇ ਆ, ਇਹਨਾਂ ਦੇ ਵਸੀਲਿਆਂ ਤੋਂ ਸਾਡੇ ਮੁਸ਼ਕਿਲਾਂ ਨੂੰ ਆਸਾਨ ਫਰਮਾ, ਸਭ ਵਾਸਤੇ ਖੈਰ ਫਰਮਾ। ਇਹ ਦੁਆ ਹੁੰਦੀਆਂ ਕਿ ਬੈਠ ਕੇ ਕਰਦੇ ਲੋਕ ਆਪਣੀ ਮੰਨਤਾਂ ਜਿਹੜੀਆਂ ਹੁੰਦੀਆਂ, ਹਾਜਤਾਂ ਹੁੰਦੀਆਂ, ਅੱਲਾਹ ਦੇ ਅੱਗੇ ਪੇਸ਼ ਕਰਦੇ ਆ। ਸ਼ੇਖ ਅਹਿਮਦ ਜੀ ਦੀ ਜਿਹੜੀ ਜ਼ਿੰਦਗੀ ਬਾਰੇ ਹੁਣ ਨਵੀਂ ਜਨਰੇਸ਼ਨ ਨੂੰ ਉਹਨਾਂ ਨੂੰ ਵੀ ਕੁਝ ਦੱਸਿਆ ਜਾਂਦਾ ਇੱਥੇ ਆ ਕੇ, ਕੋਈ ਖਾਸ ਤੌਰ ਤੇ ਟੀਚਿੰਗਸ ਉਹਨਾਂ ਨੂੰ ਦਿੱਤੀਆਂ ਜਾਂਦੀਆਂ? ਬਸ ਜੀ ਆਉਂਦੇ ਲੋਕ ਆਉਂਦੇ ਆ, ਉਹਨਾਂ ਦੇ ਬਾਰੇ ਬਹੁਤ ਸਾਰੀ ਕਿਤਾਬਾਂ ਵੀ ਹੈਗੀਆਂ, ਲੋਕ ਪੜ੍ਹਦੇ ਨੇ, ਉਹਨਾਂ ਦੇ ਬਾਰੇ ਵੀ ਟੀਚਿੰਗ ਹਾਸਿਲ ਕਰਦੇ, ਲੇਕਿਨ ਜੋ ਸਾਨੂੰ ਪੁੱਛਦੇ ਆ ਅਸੀਂ ਉਹਨਾਂ ਨੂੰ ਬਤਾਉਂਦੇ ਵੀ ਹੈਗੇ, ਕਰ ਬਤਾਈਦਾ ਦੱਸੀਦੇ। ਹਾਂਜੀ ਹਾਂਜੀ। ਇੱਕ ਸੂਬੇ ਦੀ ਕਚਹਿਰੀ ਦੇ ਨਾਲ ਸੰਬੰਧ ਹੈ ਜਿਹੜਾ ਉਹ ਦੱਸਿਆ ਜਾਂਦਾ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਨਹੀਂ, ਇਹ ਤਾਂ ਦਰਗਾਹ ਹੈਗੀ ਆ, ਇਹ ਤਾਂ ਆਸਤਾਨਾ ਜਿਹੜਾ ਹੈਗਾ ਬਜ਼ੁਰਗਾਂ ਦਾ ਜਿਹੜਾ ਹੈਗਾ, ਇਹਦੇ ਨਾਲ ਕੋਈ ਤਾਲੁਕ ਨਹੀਂ ਹੈ। ਸੂਬੇ ਦੀ ਕਚਹਿਰੀ ਦੇ ਬਾਰੇ ਲੋਕਾਂ ਨੂੰ ਬਹੁਤ ਸਾਰੀ ਗਲਤਫਹਿਮੀ ਹੈ, ਲੇਕਿਨ ਜਦ ਕਿ ਇਹਨਾਂ ਦਾ ਦੌਰ ਜਿਹੜਾ ਹੈਗਾ ਤਕਰੀਬਨ 100 ਸਾਲ ਪਹਿਲੇ ਗੁਜ਼ਰਿਆ। ਜਿਹੜਾ ਸਾਨਿਆ ਜਿਹੜਾ ਹੋਇਆ ਸੀ ਆਪਣੇ ਫਤਿਹਗੜ੍ਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਇੱਥੇ ਜਿਹੜਾ ਹੋਇਆ ਸੀ, ਗੁਰੂ ਦੇ ਸਾਹਿਬਜ਼ਾਦਿਆਂ ਨੂੰ ਇੱਥੇ ਚੁਣਾਇਆ ਗਿਆ ਸੀ, ਉਹ ਇੱਥੋਂ ਤਕਰੀਬਨ ਇਹ ਉਹਨਾਂ ਤੋਂ 100 ਸਾਲ ਪਹਿਲੇ ਹੋਏ ਨੇ। ਅਤੇ ਉਹ ਕਚਹਿਰੀ ਜਿਹੜੀ ਹੁੰਦੀ ਸੀ ਉਹ ਕਿਸੇ ਟਾਈਮ ਉਹ ਕਿਲਾ ਸੀ, ਉਸੇ ਜਗ੍ਹਾ ਪਰ ਕਿਲਾ ਸੀ ਜਿੱਥੇ ਆਪ ਨੂੰ ਚੁਣਵਾਇਆ ਉੱਥੇ ਕੀਤਾ ਗਿਆ ਸੀ, ਅਤੇ ਉਸੇ ਜਗ੍ਹਾ 'ਤੇ ਹੀ ਉਹ ਕਚਹਿਰੀ ਵੀ ਉਸੇ ਜਗ੍ਹਾ 'ਤੇ ਸੀ। ਕਚਹਿਰੀ ਉਸੇ ਜਗ੍ਹਾ 'ਤੇ ਹੁੰਦੀ ਹੈ ਜਿੱਥੇ ਆਪਣੇ ਕੋਈ ਨਵਾਬ ਬੈਠਦਾ ਸੀ ਜਾਂ ਕੋਈ ਉੱਥੇ ਬੈਠਦਾ ਸੀ ਉੱਥੇ। ਇੱਕ ਜਿਵੇਂ ਇਹ ਵੀ ਦੱਸੋ ਵੀ ਉੱਤਰ ਭਾਰਤ ਦੇ ਵਿੱਚ ਵੀ ਈਵਨ ਕਿ ਪੂਰੇ ਭਾਰਤ ਵਿੱਚ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਯਾਦਾਂ ਹੋਣਗੀਆਂ ਜਿਹੜੀਆਂ ਮੁਸਲਿਮ ਧਰਮ ਦੇ ਨਾਲ, ਇਸਲਾਮ ਧਰਮ ਦੇ ਨਾਲ ਜੁੜੀਆਂ ਹੋਈਆਂ ਨੇ, ਪਰ ਇਹਦੇ 'ਚ ਕੀ ਵਿਲੱਖਣ ਚੀਜ਼ ਆ ਜਿਹੜੀ ਇਹਦੀ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਉਹ ਆਪਾਂ ਕਿਵੇਂ ਕਹਿ ਸਕਦੇ ਹਾਂ, ਕਿਵੇਂ ਅਲੱਗ ਆ ਬਾਕੀਆਂ ਨਾਲ? ਦੇਖੋ ਹਰ ਬਜ਼ੁਰਗਾਂ ਨੇ ਦਿਨ ਦਾ ਇੱਕ ਮੁਕਾਮ ਹੈ, ਮਰਤਬਾ ਹੈ, ਜਿਨ੍ਹਾਂ ਤੋਂ ਅੱਲਾ ਰਾਜ਼ੀ ਹੋ ਗਿਆ, ਜਿਨ੍ਹਾਂ ਨੇ ਅੱਲਾ ਨੂੰ ਰਾਜ਼ੀ ਕਰ ਲਿੱਤਾ। ਇਹ ਸਾਰੇ ਬਜ਼ੁਰਗ ਜਿਹੜੇ ਹੈ ਬਾਇਸ ਸਾਡੇ ਵਾਸਤੇ ਅੱਲਾ ਦੇ ਬਹੁਤ ਬੜੇ ਇਹਨਾਂ ਦੇ ਮੁਕਾਮਾਤ ਅੱਲਾ ਨੇ ਇਹਨਾਂ ਨੂੰ ਅਤਾ ਫਰਮਾਏ ਹੈਗਾ। ਅਸੀਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦੇ, ਉਹ ਕਰਨਾ ਵੀ ਨਹੀਂ ਚਾਹੀਦਾ। ਹਰ ਬਜ਼ੁਰਗ ਦੇ, ਹਰ ਸਿਲਸਿਲੇ ਦੇ ਲੋਕਾਂ ਦੀ ਆਪਣੇ ਜਿਹੜੇ ਬਜ਼ੁਰਗ ਗੁਜ਼ਰੇ ਉਹਨਾਂ ਦੇ ਨਾਲ ਆਸਥਾ ਹੁੰਦੀ ਹੈ, ਮੁਹੱਬਤ ਹੁੰਦੀ ਹੈ। ਅਸੀਂ ਕਿਸੇ ਨਾਲ ਨਹੀਂ ਕੰਪੈਰੀਜ਼ਨ ਨਹੀਂ ਕਰਦੇ। हाँ ये कि अल्लाह ने इन्होंने बहुत बड़ा मुकाम बताया। मुजद्दिद आप मुजद्दिद सदी के 1000 बरस के मुजद्दिद हुए हैं। ऐसे हर सदी के अंदर मुजद्दिद होता है, लेकिन मुजद्दिद आप अलिफ दे मुजद्दिद कहलाए, इसलिए इन्हों का बहुत बड़ा मुकाम है।
आप नाइब रसूल होए हज़रत नबी अकरम सल्लल्लाहु अलैहि वसल्लम दे, आपने उन्होंने सुन्नतां ਨੂੰ ਜ਼ਿੰਦਾ ਕੀਤਾ। ਆਪਣੀ ਸਾਰੀ ਜ਼ਿੰਦਗੀ ਜਿਹੜੀ ਸੀ ਆਪਨੇ ਉਹਦੇ ਮੁਤਾਬਿਕ ਗੁਜ਼ਰੀ ਆਪਦੀ। ਜਿਵੇਂ ਇਹ ਤੁਸੀਂ ਵੀ ਦੱਸ ਰਹੇ ਸੀਗੇ ਕਿ ਉਵੇਂ ਸੁਣਨ ਚ ਆਉਂਦਾ ਵੀ ਇਹਨਾਂ ਦੇ ਬਜ਼ੁਰਗਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਹੁਣ ਉਹਨਾਂ ਤੋਂ 1000 ਸਾਲ ਬਾਅਦ ਕੋਈ ਆਏਗਾ। ਸੋ ਉਹਨਾਂ ਦਾ ਧਰਮ ਦੇ ਵਿੱਚ ਕੀ ਕੰਟਰੀਬਿਊਸ਼ਨ ਰਹਿੰਦਾ, ਇਸ ਤਰ੍ਹਾਂ ਦੇ ਜਿਹੜੇ ਸ਼ਖਸ ਹੁੰਦੇ ਨੇ ਉਹ ਧਰਮ ਦੇ ਵਿੱਚ ਕਿਸ ਤਰੀਕੇ ਦਾ ਵੱਡਾ ਰੋਲ? इन्हों का धर्म का इतना बड़ा रोल रहा इन्होंने उस ज़माने के अंदर इस्लाम के अंदर जो बुराइयां पैदा हो गई थी, आपने उन्हें बुराइयों को दूर किया। सूफीज़म के नाम पर लोगों ने बहुत लोगों को गुमराह किया, लेकिन आपने उन्होंने बुराइयों को दूर किया। आपने फरमाया कि बिना शरीयत दे जड़ा हैगा, जब तक तुम शरीयत नहीं अपनाओगे उस वक्त तक तुम कामयाब नहीं हो सकते। तरीकत तद ही कामयाब है जब तुम शरीयत के नाल वाबस्ता है। शरीयत तरीकत जी हैगी आ शरीयत की लौंडी है। इसलिए कुछ लोग सिर्फ था कि मतलब अपने आप को ऊपर रखने की कोशिश करते थे और शरीयत तो नमाज तो गाफिल थे। आपने कहा कि उस तो नहीं है। आपने फरमाया कि इलम अमल और इखलास जड़ा हैगा उस तो बगैर तुम रब नूं हासिल नहीं कर सकते। इलम हासिल करो, उस पर अमल करो। जब तक अमल नहीं होएगा थोड़ी ज़िंदगी के अंदर उस वक्त तक थोड़ा कोई इलम जड़ा फ़ायदा नहीं दे सकता। ਅਖੀਰ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਸਪੈਸ਼ਲੀ ਕੌਮ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅੱਜ ਉਨੀ ਅਵੇਅਰਨੈਸ ਨਹੀਂ ਰਹੀ ਸ਼ਾਇਦ ਇਹ ਹਿਸਟਰੀ ਬਾਰੇ, ਨਵੀਂ ਜਨਰੇਸ਼ਨ ਨੂੰ ਇੰਨਾ ਨਹੀਂ ਪਤਾ ਹੁੰਦਾ। ਸੋ ਤੁਸੀਂ ਕੀ ਕਹਿਣਾ ਚਾਹੋਗੇ, ਮੈਸੇਜ ਕੀ? ਇਹੀ ਮੈਸੇਜ ਦਿੰਦੇ ਜੀ ਕਿ ਬਜ਼ੁਰਗਾਂ ਦੀਨ ਦੇ ਬਾਰੇ ਪੜ੍ਹੋ, ਉਹਨਾਂ ਦੇ ਹਜ਼ੂਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਨੂੰ ਮਜ਼ਬੂਤੀ ਦੇ ਨਾਲ ਪਕੜੋ। ਜਦ ਤੱਕ ਤੁਸੀਂ ਸੁਨਨਤ ਨੂੰ ਨਹੀਂ ਪਕੜेंगे, ਹਜ਼ੂਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਦੇ ਮੁਤਾਬਿਕ ਅਮਲ ਨਹੀਂ ਕਰੋਗੇ ਤਾਂ ਤੁਸੀਂ मुश्किल है थोड़े वास्ते, तुम सही रास्ता नहीं पकड़ सकते। इस करके हजूर नबी अकरम सल्लल्लाहु अलैहि वसल्लम की सुन्नत पर अमल करो, ये बहुत ज़रूरी है। और अपने जो शरीयत के अहकामात है उन्होंने पाबंदी के नाल अपने तुसीं उसनूं फॉलो करो। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਅਸੀਂ ਗੱਲ ਕਰ ਰਹੇ ਸੀਗੇ ਸੈਯਦ ਸਾਦਿਕ ਰਜ਼ਾ ਦੇ ਨਾਲ, ਜਿਨ੍ਹਾਂ ਨੇ ਇਸ ਇਤਿਹਾਸਿਕ ਜਿਹੜੀ ਦਰਗਾਹ ਹੈਗੀ ਹੈ ਸ਼ੇਖ ਅਹਿਮਦ ਜੀ ਦੀ, ਉਹਦੇ ਬਾਰੇ ਤਮਾਮ ਜਾਣਕਾਰੀ ਦਿੱਤੀ ਹੈ। ਇੰਪੋਰਟੈਂਸ ਕੀ ਹੈ ਤੇ ਕੀ ਹਿਸਟਰੀ ਰਹੀ ਹੈ, ਖਾਸ ਤੌਰ ਤੇ ਉਹਨਾਂ ਦੀ ਲਾਈਫ ਬਾਰੇ ਵੀ ਦੱਸਿਆ ਕਿ ਕਿਵੇਂ ਇੱਕ ਵੱਡਾ ਰੋਲ ਉਹਨਾਂ ਦਾ ਸੀਗਾ ਧਰਮ ਦੇ ਵਿੱਚ ਜਿਹੜੀਆਂ ਬੁਰਾਈਆਂ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਵਿੱਚ ਉਹਨਾਂ ਦਾ ਕਿਸ ਤਰੀਕੇ ਦਾ ਯੋਗਦਾਨ ਹੈ ਉਹ ਰਿਹਾ ਸੀਗਾ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।